Good morning, students. Today we will read and understand poem number 1 of your syllabus. The name of the poem is The Way of Poetry. This poem is written by William Blake. ਇਸ ਤੋਂ ਪਹਿਲਾਂ ਕਿ ਅਸੀਂ ਪੋਇਮ ਪੜ੍ਹੀਏ, ਮੈਂ ਪੋਇਮ ਬਾਰੇ ਕੁਝ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਇਹ ਜਿਹੜੀ ਪੋਇਮ ਹੈ, ਦਿਸ ਪੋਇਮ ਇਜ਼ ਇਨ ਦ ਫਾਰਮ ਆਫ ਵਿਜ਼ਨ। ਇਹਦਾ ਜਿਹੜਾ ਪੋਇਟ ਹੈ ਵਿਲੀਅਮ ਬਲੇਕ, ਉਹ ਇੱਕ ਦ੍ਰਿਸ਼ ਦੇਖਦਾ ਹੈਗਾ ਅਤੇ ਉਹ ਇਮੈਜਨਰੀ ਹੈ, ਮਤਲਬ ਐਕਚੁਅਲ ਦੇ ਵਿੱਚ ਉਹ ਦ੍ਰਿਸ਼ ਨਹੀਂ ਦਿਖਦਾ, ਉਹ ਇਮੈਜਨ ਕਰਦਾ। ਪੋਇਟ ਜਿਹੜਾ ਕਲਾਊਡ ਦੇ ਵਿੱਚ ਇੱਕ ਬੱਚਾ ਦੇਖਦਾ ਅਤੇ ਉਹ ਉਸ ਬੱਚੇ ਨੂੰ ਐਜ਼ ਅ ਸਿੰਬਲ ਦੇਖਦਾ। ਕਿਹਦਾ ਸਿੰਬਲ ਦੇਖਦਾ? ਜੀਸਸ ਕ੍ਰਾਈਸਟ ਦਾ। ਫਿਰ ਉਹ ਕਹਿੰਦੇ ਕਿ ਇਹ ਜਿਹੜੀ ਚੀਜ਼ ਹੈ, ਇਹ ਜਿਹੜਾ ਬੱਚਾ ਹੈ, ਇਹ ਸਪਿਰਿਟ ਆਫ ਪੋਇਟਰੀ ਹੈ ਅਤੇ ਉਹਨੇ ਉਸ ਬੱਚੇ ਦੀ ਜਿਹੜੀ ਇਨੋਸੈਂਸ ਹੈ, ਜਿਹੜੀ ਉਹਦੀ ਮਾਸੂਮੀਅਤ ਹੈ, ਉਹਨੂੰ ਕੰਪੇਅਰ ਕੀਤਾ ਲੈਂਬ ਮਤਲਬ ਪੇੜ ਦਾ ਬੱਚਾ, ਲੈਂਬ ਨਾਲ ਉਹਨੂੰ ਕੰਪੇਅਰ ਕੀਤਾ। ਅਤੇ ਇਹ ਜਿਹੜੀ ਪੋਇਮ ਹੈ, ਇਹ ਇੱਕ ਬੁੱਕ ਸੀਗੀ ਉਹਦੀ, ਵਿਲੀਅਮ ਬਲੇਕ ਦੀ, ਜਿਹਦਾ ਨਾਮ ਸੀ ਸੌਂਗਸ ਆਫ ਇਨੋਸੈਂਸ। ਉਹ ਬੁੱਕ ਦੇ ਵਿੱਚੋਂ ਇਹ ਜਿਹੜੀ ਪੋਇਮ ਹੈ ਉਹ ਲਿੱਤੀ ਹੋਈ ਹੈ। ਇਹ ਜਿਹੜੀ ਬੁੱਕ ਹੈ ਕਲੈਕਸ਼ਨ ਆਫ ਪੋਇਮਸ ਹੈ, ਇਹਦੇ ਵਿੱਚ ਬਹੁਤ ਸਾਰੀਆਂ ਪੋਇਮਸ ਹੈ। ਉਹਨਾਂ ਪੋਇਮਸ ਦੇ ਵਿੱਚੋਂ ਇਹ ਜਿਹੜੀ ਪੋਇਮ ਹੈ ਲਿਖੀ ਹੋਈ ਹੈ। ਸੋ ਨਾਓ ਆਈ ਵਿਲ ਰੀਡ ਦਾ ਪੋਇਮ। ਪਾਈਪਿੰਗ ਡਾਊਨ ਦ ਵੈਲੀ ਵਾਈਲਡ, ਪਾਈਪਿੰਗ ਸੌਂਗਸ ਆਫ ਪਲੀਜ਼ੈਂਟ ਗਲੀ, on a cloud I saw a child and he laughing and said to me। ਕਵੀ ਕਹਿੰਦਾ ਹੈ ਕਿ ਉਹ ਆਪਣੀ ਪਾਈਪਿੰਗ ਮਤਲਬ ਬੰਸੁਰੀ, ਉਹ ਆਪਣੀ ਬੰਸਰੀ ਵਜਾਉਂਦਾ ਹੋਇਆ ਵੈਲੀ ਵਾਈਲਡ ਮਤਲਬ ਜੰਗਲੀ ਘਾਟੀਆਂ, ਜੰਗਲ ਦੀਆਂ ਜਿਹੜੀਆਂ ਘਾਟੀਆਂ, ਉਹਨਾਂ ਵਿੱਚੋਂ ਹੇਠਾਂ ਨੂੰ ਉਤਰਦਾ ਚੱਲਿਆ ਜਾ ਰਿਹਾ, ਨੀਚੇ ਜਾ ਰਿਹਾ ਉਹ। ਪਾਈਪਿੰਗ ਸੌਂਗਸ ਆਫ ਪਲੀਜ਼ੈਂਟ ਗਲੀ ਮਤਲਬ ਖੁਸ਼ੀ, ਅਤੇ ਉਤਰਦਾ ਹੋਇਆ ਬਹੁਤ ਮਿੱਠੇ ਖੁਸ਼ੀ ਭਰੇ ਗੀਤ ਜਿਹੜੇ ਉਹ ਸੁਰ ਵਿੱਚ ਵਜਾ ਰਿਹਾ ਹੈ, ਆਪਣੀ ਬੰਸਰੀ 'ਤੇ ਵਜਾ ਰਿਹਾ। ਔਨ ਅ ਕਲਾਊਡ ਆਈ ਸਾ ਅ ਚਾਈਲਡ, ਅਤੇ ਉਸੀ ਟਾਈਮ ਕਵੀ ਜਿਹੜਾ ਉਹ ਬੱਦਲਾਂ ਵਿੱਚ ਇੱਕ ਬੱਚੇ ਨੂੰ ਦੇਖਦਾ। ਐਂਡ ਹੀ ਲਾਫਿੰਗ ਐਂਡ ਸੈਡ ਟੂ ਮੀ, ਅਤੇ ਉਹ ਬੱਚਾ ਜਿਹੜਾ ਹੱਸਦਿਆਂ ਹੱਸਦਿਆਂ ਕਵੀ ਨੂੰ ਕੁਛ ਕਹਿੰਦਾ। ਕੀ ਕਹਿੰਦਾ? ਪਾਈਪਿੰਗ ਅ ਸੌਂਗ ਅਬਾਊਟ ਅ ਲੈਮ, ਸੋ ਆਈ ਪਾਈਪਡ ਵਿਦ ਮੇਰੀ ਚੀਅਰ, ਪਾਈਪਰ ਪਾਈਪ ਦ ਸੌਂਗ ਅਗੇਨ, ਸੋ ਆਈ ਪਾਈਪਡ ਹੀ ਵੈਪਟ ਟੂ ਹੇਅਰ। ਉਹ ਜਿਹੜਾ ਬੱਚਾ ਹੈ ਉਹ ਕਵੀ ਨੂੰ ਕਹਿ ਰਿਹਾ ਹੈ ਕਿ ਇੱਕ ਲੈਮ ਮਤਲਬ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਭੇਡ ਦਾ ਬੱਚਾ, ਮੇਮਨਾ, ਵੀ ਮੇਮਨੇ ਬਾਰੇ ਗੀਤ ਜਿਹੜਾ ਉਹ ਆਪਣੀ ਬੰਸੁਰੀ 'ਤੇ ਸੁਣਾਓ। ਇਸ ਲਈ ਕਵੀ ਜਿਹੜਾ ਉਹਨੇ ਖੁਸ਼ੀ, ਆਪਣੀ ਜਿਹੜੀ ਉਹਦੀ ਆਤਮਾ ਹੈ ਉਹ ਖੁਸ਼ੀ ਨਾਲ ਭਰ ਗਈ, ਅਤੇ ਖੁਸ਼ੀ ਨਾਲ ਭਰੀ ਹੋਈ ਆਤਮਾ ਵਿੱਚ ਉਹਨੇ ਬੰਸਰੀ ਵਜਾਣੀ ਸ਼ੁਰੂ ਕਰ ਦਿੱਤੀ। ਬੱਚੇ ਨੇ ਕਿਹਾ ਕਵੀ ਨੂੰ, ਜਿਹੜਾ ਕਿ ਬੰਸਰੀ ਵਜਾ ਰਿਹਾ ਸੀ, ਪਾਈਪਰ ਮਤਲਬ ਉਹ ਬੰਸਰੀ ਵਾਲੇ, ਪਾਈਪ ਦੈਟ ਸੌਂਗ ਅਗੇਨ, ਉਹ ਗੀਤ ਜਿਹੜਾ ਹੁਣੇ ਵਜਾਇਆ ਸੀ ਉਹਨੂੰ ਉਹ ਜਿਹੜਾ ਸੁਰ ਹੈ ਉਹ ਇੱਕ ਵਾਰੀ ਫਿਰ ਸੁਣਾਓ। ਇਸ ਲਈ ਕਵੀ ਨੇ ਫਿਰ ਬੰਸਰੀ ਵਜਾਈ, ਅਤੇ ਇਸ ਨੂੰ ਸੁਣ ਕੇ ਜਿਹੜਾ ਬੱਚਾ ਸੀ, ਹੀ ਵੈਪਟ ਟੂ ਹੇਅਰ, ਵੈਪਟ ਮਤਲਬ ਰੋਇਆ, ਉਹ ਬੱਚਾ ਜਿਹੜਾ ਸੀ ਰੋ ਪਿਆ। Drop the pipe, the happy pipe, sing the songs of happy cheer, so I sang the same again, while he wept up with joy to hear। ਹੁਣ ਬੱਚਾ ਜਿਹੜਾ ਸੀ ਉਹਨੇ ਕਿਹਾ ਕਿ ਆਪਣੀ ਜਿਹੜੀ ਮਿੱਠੀ ਬੰਸਰੀ ਹੈ ਉਹ ਹੇਠਾਂ ਰੱਖ ਦਿਓ ਅਤੇ ਆਪਣੇ ਸੁੰਦਰ ਜਿਹੜੇ ਖੁਸ਼ੀ ਭਰੇ ਗੀਤ ਹੈ ਉਹ ਗਾ ਕੇ ਸੁਣਾਓ। ਇਸ ਲਈ ਕਵੀ ਨੇ ਉਹੀ ਗੀਤ ਦੁਬਾਰਾ ਗਾ ਕੇ ਸੁਣਾਇਆ। ਬੱਚਾ ਜਿਹੜਾ ਸੀ ਉਹ ਫਿਰ ਉਹਨੂੰ ਸੁਣ ਕੇ ਖੁਸ਼ੀ ਨਾਲ ਰੋ ਪਿਆ। ਪਾਈਪਰ ਸਿਟ ਦੀ ਡਾਊਨ ਐਂਡ ਰਾਈਟ ਇਨ ਅ ਬੁੱਕ that all may read, so he vanished from my sight, and I plucked a hollow reed। ਹੁਣ ਕੀ ਹੈ, ਜਿਹੜਾ ਬੱਚਾ ਹੈ ਉਹਨੇ ਕਿਹਾ ਬੰਸੁਰੀ ਵਾਲੇ, ਪਾਈਪਰ ਬੰਸੁਰੀ ਵਾਲੇ, ਹੇਠਾਂ ਬੈਠ ਕੇ ਇਹ ਜਿਹੜਾ ਗੀਤ ਹੈ ਉਹਨੂੰ ਇੱਕ ਬੁੱਕ ਵਿੱਚ ਲਿਖੋ। ਇਹੀ ਜਿਹੜੀ ਬੁੱਕ ਜਿਹੜੀ ਹੈ, ਇਹ ਸੌਂਗ ਆਫ ਇਨੋਸੈਂਸ, ਉਸ ਟਾਈਮ ਜਿਹੜਾ ਰਾਈਟਰ ਸੀ ਉਹਨੇ ਲਿਖਣੀ ਸ਼ੁਰੂ ਕੀਤੀ, ਅਤੇ ਇਹ ਵਾਲਾ ਜਿਹੜਾ ਗੀਤ ਹੈ, ਇਹ ਜਿਹੜੀ ਪੋਇਮ ਹੈ ਬੁੱਕ ਦੇ ਵਿੱਚ ਲਿਖੀ, ਅਤੇ ਉਹਨੇ ਉਹਨੂੰ ਕਿਹਾ ਕਿ ਇੱਕ ਪੁਸਤਕ ਵਿੱਚ ਲਿਖੋ ਤਾਂ ਕਿ ਸਾਰੇ ਬੱਚੇ ਇਸ ਗੀਤ ਨੂੰ ਪੜ੍ਹ ਸਕਣ। ਇਹ ਕਹਿ ਕੇ ਜਿਹੜਾ ਬੱਚਾ ਸੀ ਉਹ ਵੈਨਿਸ਼ਡ ਮਤਲਬ ਅੱਖਾਂ ਤੋਂ ਓਝਲ ਹੋਣਾ, ਬੱਚਾ ਅੱਖਾਂ ਤੋਂ ਓਝਲ ਹੋ ਗਿਆ। ਫਿਰ ਜਿਹੜਾ ਕਵੀ ਸੀ ਉਹਨੇ ਕੀ ਕੀਤਾ, ਹੋਲੋ ਰੀਡ
रीड मतलब कि किल्क हुंदी है पेड़ दी जिहदी कलम बनाई। ठीक है, जिहड़ा राइटर सी ओने जिहड़ा पोएट सी ओने कलम बनाउण लई एक जिहड़ी पेड़ दी किल्क जिहड़ी सी जिहदे नाल कलम बनानी सी वो तोड़ दित्ती। एंड आई मेड अ रूरल पेन एंड आई स्टेन्ड द वाटर क्लीयर एंड आई रोट माई हैप्पी सॉन्ग्स एवरी चाइल्ड मे जॉय टू बीयर। ਹੁਣ ਕਵੀ ਕਹਿੰਦਾ ਹੈ ਕਿ ਇੱਕ ਸਧਾਰਨ ਜੀ ਉਹਨੇ ਕਲਮ ਬਣਾਈ। ਰੂਰਲ ਮਤਲਬ ਕਿ ਕੋਈ ਜਿਵੇਂ ਅਸੀਂ ਅੱਜ ਕੱਲ੍ਹ ਯੂਜ਼ ਕਰਦੇ ਹਾਂ, ਜਿਵੇਂ ਇੰਕ ਵਗੈਰਾ ਉਹਦੇ ਵਿੱਚ ਹੁੰਦੀ ਆਲਰੇਡੀ, ਵੀ ਉੱਦਾਂ ਦੀ ਕਲਮ ਨਹੀਂ ਸੀ ਜਿਵੇਂ ਪਹਿਲੇ ਜ਼ਮਾਨੇ ਵਿੱਚ ਦੇਸੀ ਕਲਮ ਜੀ ਯੂਜ਼ ਕਰਦੇ ਸੀ। ਪੇੜ ਦੀ ਜਿਹੜੀ ਟਾਹਣੀ ਹੁੰਦੀ ਸੀ ਉਹਦੇ ਤੋਂ ਉਤਾਰ ਕੇ ਉਹ ਕਲਮ ਬਣਾ ਦਿੰਦੇ ਸੀਗੇ ਅਤੇ ਸਾਫ਼ ਪਾਣੀ ਤੋਂ ਸਿਆਹੀ ਉਹਨੇ ਤਿਆਰ ਕੀਤੀ। ਸਟੇਨਡ ਦ ਵਾਟਰ ਕਲੀਅਰ, ਸਾਫ਼ ਪਾਣੀ ਲਿਆ ਉਹਨੇ ਅਤੇ ਸ਼ਾਹੀ ਜਿਹੜੀ ਸੀ ਉਹ ਤਿਆਰ ਕੀਤੀ। ਫਿਰ ਉਸ ਨੇ ਆਪਣੇ ਖੁਸ਼ੀ ਭਰੇ ਜਿਹੜੇ ਗੀਤ ਉਸ ਬੱਚੇ ਨੂੰ ਸੁਣਾਏ ਸੀ ਉਹ ਉਹਨੇ ਲਿਖਣੇ ਸ਼ੁਰੂ ਕਰ ਦਿੱਤੇ ਤਾਂ ਜੋ ਹਰ ਇੱਕ ਬੱਚਾ ਜਿਹੜਾ ਹੈ ਉਹਨਾਂ ਸੌਂਗਸ ਨੂੰ ਸੁਣ ਕੇ ਖੁਸ਼ੀ ਪ੍ਰਾਪਤ ਕਰ ਸਕੇ। ਸੋ ਸਟੂਡੈਂਟਸ, ਇਹ ਜਿਹੜੀ ਪੋਇਮ ਹੈ ਇਹਦੀ ਬੇਸਿਕਲੀ ਮਤਲਬ ਕਿ ਉਹਨੂੰ ਐਵੇਂ ਲੱਗਦਾ ਪੋਇਟ ਨੂੰ ਕਿ ਜਿਹੜਾ ਜੀਜ਼ਸ ਕ੍ਰਾਈਸਟ ਹੈ ਉਹ ਉਹਨੂੰ ਕਲਾਊਡ ਵਿੱਚ ਦਿਖੇ ਅਤੇ ਉਹਨਾਂ ਨੇ ਇੰਸਪਾਇਰ ਕੀਤਾ ਇਹ ਵਾਲੀ ਪੋਇਮ ਲਿਖਣ ਲਈ। ਉਹਨਾਂ ਨੇ ਯਾਨੀ ਜੀਜ਼ਸ ਕ੍ਰਾਈਸਟ ਦੇ ਕਹਿਣ 'ਤੇ ਉਹ ਬੱਚਾ ਜਿਹੜਾ ਸੀ ਉਹ ਜੀਜ਼ਸ ਕ੍ਰਾਈਸਟ ਦਾ ਸਿੰਬਲ ਸੀ। ਉਹਨਾਂ ਦੇ ਕਹਿਣ 'ਤੇ ਇਹ ਪੋਇਮ ਜਿਹੜੀ ਸੀ ਉਹਨੇ ਲਿਖੀ ਸੀ। ਇਹ ਪੋਇਮ ਜਿਹੜੀ ਹੈ ਪੋਇਟ ਦੇ ਮਿਸ਼ਨ ਨੂੰ ਦੱਸਦੀ ਹੈ। ਉਹ ਕਹਿੰਦਾ ਕਿ ਜਿਹੜਾ ਗਿਫਟ ਆਫ ਪੋਇਟਰੀ ਉਹਨੂੰ ਮਿਲਿਆ ਉਹ ਇੱਕ ਡਿਵਾਈਨ ਇੰਸਪੀਰੇਸ਼ਨ ਸੀ, ਯਾਨੀ ਪਰਮਾਤਮਾ ਵੱਲੋਂ ਦਿੱਤੀ ਹੋਈ ਇੱਕ ਇੰਸਪੀਰੇਸ਼ਨ ਯਾਨੀ ਪ੍ਰੇਰਨਾ ਸੀ। ਅਤੇ ਉਹ ਜਿਹੜਾ ਇਹ ਗਿਫਟ ਹੈ ਉਹ ਬੱਚਿਆਂ ਦੇ ਜੋਏ ਵਾਸਤੇ ਯੂਜ਼ ਕਰਨਾ ਚਾਹੁੰਦਾ ਹੈ, ਵੀ ਬੱਚੇ ਇਸ ਨੂੰ ਪੜ੍ਹ ਕੇ ਖੁਸ਼ ਹੋ ਸਕਣ। ਇਸ ਕਰਕੇ ਇਹ ਜਿਹੜੀਆਂ ਪੋਇਮਸ ਹੈ, ਜਿਹੜੀਆਂ ਪੋਇਮਸ ਹੈ ਬੱਚਿਆਂ ਬਾਰੇ ਲਿਖੀਆਂ ਅਤੇ ਬੱਚਿਆਂ ਲਈ ਲਿਖੀਆਂ ਰਾਈਟਰ ਨੇ।